करता पुरख निर्भव निर्वैर अकाल मूर्त अजूनी सैभंग गुर प्रसाद जप आदि सच जुगाद सच है भी सच नानक होसी भी सच। श्लोक महला पहला। विस्माद नाद विस्माद वेद विस्माद जी विस्माद भेद विस्माद रूप विस्माद रंग विस्माद नांगे फिरे जंत विस्माद पौन विस्माद पाणी विस्माद अग्नि खेडे विडाणी विस्माद धरती विस्माद खाणी विस्माद साध लगे प्राणी विस्माद संयोग विस्माद विंजोग विस्माद भुख विस्माद भोग विस्माद सिफत विस्माद सलाह विस्माद उज्जड़ विस्माद राह विस्माद नेड़े विस्माद दूर विस्माद देखे हाजरा हजूर वेख विडान रहा विस्माद नानक बुझण पूरे भाग। महला पहला। कुदरत दिसे कुदरत सुनिए कुदरत भव सुखसार कुदरत पाताली आकाशी कुदरत सर्व आकार कुदरत वेद पुराण कतेबा कुदरत सर्व विचार कुदरत खाना पीना पहनण कुदरत सर्व प्यार कुदरत जाति जिनसी रंगी कुदरत जी जहान कुदरत नेकियां कुदरत बदियाँ कुदरत मान अभिमान कुदरत पौन पानी बैसंतर कुदरत धरती खाक सब तेरी कुदरत तू कादर करता पाकी नाई पाक। नानक हुक्मे अंदर वेखे बरते ताको ताक पौड़ी आप पीने भोग भोग कहे वे भसमण भौर सधाया बड़ा होवा दुनीदार कल संगल घत चलाया अगे करने कीरत बाचिए वे लेखा कर समझाया थाम न हो वही पौंदई हूँ सुनिए क्या रुवाया मन अंधे जन्म गवाया मन अंधे जन्म गवाया। परम सत्कार योग गुरु सवारी सात संग जियो रचना पवित्र करो ते आखो सतनाम श्री वाह। धन गुरु नानक साहब महाराज दी पवित्र बाणी आस दी वार दा विचार सवेर तो आरंभ होया है। दो पौड़ियों दी विचार हो चुकी है। आज तीसरी पौड़ी दी विचार आरंभ होती है। आसा दी वार दा पहला स्वरूप केवल पौड़ियाँ ही सन। श्लोक बाद च ऐड किए गए हैं। इस बात की सूचना दी है गुरु अर्जन साहब जी ने जदों श्री गुरु ग्रंथ साहिब की भीड़ तैयार की गई तो आसा दी वार दे मुढ़ विच चेतावनी दी है कि वार श्लोकां नाल श्लोक भी महले पहले के लिखे। वार श्लोक दा नाल लिख रहा हाँ मैं यतन किया है क्योंकि पौड़ियाँ महले पहले दियाँ हैं। श्लोक भी चुन चुन के महले पहले दे मैं नाल लिख रहा हाँ। इस तरह सारिया वारां 22 वारां तकरीबन पहले पौड़ियाँ ही सन। श्लोक ऐड किए गुरु अर्जन साहब ने जो भीड़ तैयार की। जिहड़े श्लोक बच गए वो अखीर ते जाके लिखे। उनका हैडिंग है श्लोक वारां तों वधीक। जिहड़े श्लोक वारां तों बच गए वो इत्थे लिखे जा रहे हैं।
ਤੋਂ ਪਹਿਲਾ ਸਰੂਪ ਆਸਣ ਦੀ ਵਾਰ ਦਾ ਸਿਰ 24 ਪੌੜੀਆਂ ਹੀ ਸਨ। ਜੇ ਇਹਨਾਂ ਪੌੜੀਆਂ ਦੀ ਵਿਚਾਰ ਕਰੀਏ, ਇਹ ਪੌੜੀਆਂ ਆਪੋ ਵਿੱਚ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਜਿਵੇਂ ਸਗਲ ਦੀ ਸਗਲੀ ਜੁੜੀ ਹੋਈ ਹੁੰਦੀ ਹੈ। ਪਹਿਲੀ ਪੌੜੀ 'ਚ ਕਿਹਾ ਹੈ, ਆਪ ਪੀਨੇ ਆਪ ਸਾਜਿਓ, ਆਪ ਪੀਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋ ਇਹ ਸਭ ਸੇ, ਤੇ ਲੈਸੈਂ ਜਿੰਦ ਕਵਾਓ। ਕਰ ਆਸਣ ਡਿਠੋ ਚਾਓ ਕਿ ਹੇ ਵਾਹਿਗੁਰੂ, ਸਭ ਤੋਂ ਪਹਿਲੇ ਆਪਣੀ ਆਪ ਨੂੰ ਤੂੰ ਆਪ ਪੈਦਾ ਕੀਤਾ। ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਇਹਦਾ ਕੋਈ ਜਵਾਬ ਨਹੀਂ ਹੈ। ਇੱਕੋ ਹੀ ਉੱਤਰ ਹੈ, ਜਾਂ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੇ ਸੋਈ। ਉਹ ਆਪ ਹੀ ਜਾਣਦਾ ਹੈ ਉਹਨੇ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ, ਕਦੋਂ ਕੀਤੀ ਹੈ, ਕਿਉਂ ਕੀਤੀ ਹੈ, ਉਹ ਜਾਣਦਾ ਹੈ। ਉਸ ਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਉਹ ਜਾਣਦਾ ਹੈ। ਉਸ ਨੇ ਆਪਣਾ ਨਾਮ ਵੀ ਆਪ ਰਚਿਆ। ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾਓ। ਨਾਮ ਤੇ ਵਾਹਿਗੁਰੂ ਇੱਕ ਵਿੱਚ ਹਨ। ਦੂਈ ਕੁਦਰਤ ਸਾਜੀ, ਦੂਸਰੀ ਕੁਦਰਤ ਹੈ। ਵਾਹਿਗੁਰੂ ਤੇ ਵਾਹਿਗੁਰੂ ਦਾ ਨਾਮ ਇੱਕ ਵਿੱਚ ਹਨ, ਦੂਜੀ ਕੁਦਰਤ ਹੈ। ਕਈ ਥਾਂ 'ਤੇ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਵਾਹਿਗੁਰੂ ਤੋਂ ਵੱਡੀ ਕੋਈ ਚੀਜ਼ ਹੈ ਤਾਂ ਵਾਹਿਗੁਰੂ ਦਾ ਨਾਮ ਹੈ। ਵੱਡਾ ਸਾਹਿਬੇ ਉੱਚਾ ਥਾਓ, ਉੱਚੇ ਉੱਪਰ ਉੱਚਾ। ਉਸ ਵਾਹਿਗੁਰੂ ਤੋਂ ਵੀ ਉਹਦਾ ਨਾਂ ਵੱਡਾ ਹੈ, ਉੱਚਾ ਹੈ। ਫਿਰ ਇਹ ਖਾਸ ਬਾਤ ਨਹੀਂ ਹੈ ਕਿ ਜਿਹੜੀ ਕੁਦਰਤ ਪੈਦਾ ਕੀਤੀ ਹੈ, ਦੂਈ ਕੁਦਰਤ ਸਾਜੀਏ, ਉਸ ਕੁਦਰਤ ਵਿੱਚ ਆਪ ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਸਭ ਕੁਝ ਦੇਖ ਰਿਹਾ ਹੈ ਔਰ ਸਭ ਕੁਝ ਮਰਜ਼ੀ ਅਨੁਸਾਰ ਚਲਾ ਰਿਹਾ ਹੈ। ਕਰ ਆਸਣ ਵੇਖੇ, ਕਰ ਆਸਣ ਡਿਠੋ ਚਾਓ। ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਚਾਅ ਨਾਲ ਦੇਖ ਰਿਹਾ ਹੈ, ਚਲਾ ਰਿਹਾ ਹੈ ਆਪਣੀ ਬਣਾਈ ਸ੍ਰਿਸ਼ਟੀ ਨੂੰ। ਜਿੱਥੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਜੀਵ ਪੈਦਾ ਕੀਤੇ। ਨਾਨਕ ਜੀ ਉਪਾਇ ਕੇ, ਫਿਰ ਲਿਖ ਨਾਵੇਂ ਧਰਮ ਬਹਾਲਿਆ। ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਲਿਖਣ ਲਈ ਧਰਮਰਾਜ ਨੇ ਬਿਠਾ ਦਿੱਤਾ। ਲਿਖ ਨਾਵੇਂ, ਨਾਵੇਂ ਪੁਰਾਤਨ ਪੰਜਾਬੀ ਦਾ ਸ਼ਬਦ ਹੈ। ਆ ਸਾਰੇ ਬਜ਼ੁਰਗ ਹੋ ਜਾਂਦੇ ਨਾ ਆੜਤੀਆਂ ਕੋਲੋਂ, ਕਹਿੰਦੇ ਮੇਰਾ ਨਾਵਾਂ ਕੱਢੇ, ਮੇਰਾ ਖਾਤਾ ਕੱਢੇ। ਅੱਜ ਕੱਲ੍ਹ ਅਕਾਊਂਟ ਆਖਦੇ ਨੇ, ਮੇਰਾ ਅਕਾਊਂਟ ਕੱਢੇ। ਉਸ ਨਾਵੇਂ ਕਹਿੰਦੇ ਹਨ, ਆਮਦਨ ਜਮ੍ਹਾਂ, ਮੇਰਾ ਨਾਵਾਂ ਕੱਢੇ। ਲਿਖ ਨਾਵੇਂ ਧਰਮ ਬਹਾਲਿਆ। ਨਾਵੇਂ ਲਿਖਣ ਲਈ, ਖਾਤੇ ਲਿਖਣ ਦੇ ਲਈ, ਚੰਗੇ ਮੰਦੇ ਕਰਮ ਲਿਖਣ ਦੇ ਲਈ ਬਿਠਾਤਾ ਧਰਮਰਾਜ ਨੂੰ। ਨਾਨਕ ਜੀ ਉਪਾਇ ਕੇ ਲਿਖ ਨਾਵੇਂ ਧਰਮ ਬਹਾਲਿਆ। ਸੱਚੋ ਵਿੱਚ ਸੱਚ ਨਿਬੜੇ ਚੁਣਵਾ ਕੱਢੇ ਜਜਮਾਲਿਆ। ਉੱਥੇ ਸੱਚੋ ਸੱਚ ਦਾ ਬੇੜਾ ਹੁੰਦਾ ਹੈ। ਚੁਣਵਾ ਕੱਢੇ ਜਜਮਾਲਿਆ। ਇਹ ਜਜਮਾਲੇ ਹੁੰਦੇ ਨੇ, ਜੁਰਮ ਵਾਲੇ ਹੁੰਦੇ ਨੇ, ਜਾਂ ਜੁਰਮ ਕੀਤੇ ਹੁੰਦੇ ਨੇ, ਪਾਪ ਕੀਤੇ ਹੁੰਦੇ ਨੇ, ਉਹਨੂੰ ਚੁਣ ਕੇ ਵੱਖਰਾ ਕੀਤਾ ਜਾਏ, ਕਰਤਾ ਚਾਹੁੰਦਾ ਹੈ। ਚੁਣਵਾ ਕੱਢੇ ਜਜਮਾਲਿਆ। ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਉੱਥੇ ਉਹਨੂੰ ਥਾਂ ਨਹੀਂ ਮਿਲਦੀ, ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ, ਦੋਜ਼ਖ ਕੋਲ ਲਿਜਾਏ ਜਾਂਦੇ ਹਨ। ਮੂੰਹ ਕਾਲੇ ਦੋਜ਼ਖ ਚਾਲਿਆ। ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਨਾ ਰਤੇ ਸਿੱਜਣ ਗਏ, ਜਿਹੜੇ ਨਾਮ ਵਿੱਚ ਰੰਗੇ ਗਏ, ਮਨੁੱਖਾ ਜਨਮ ਦੀ ਬਾਜ਼ੀ ਜਿੱਤ ਗਏ। ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਲੋਕਾਂ ਨੂੰ ਠੱਗਦੇ ਰਹੇ ਉਹ ਆਪਣਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ। ਜਿਹੜੇ ਹਾਰ ਗਏ, ਕਿਉਂ ਹਾਰ ਗਏ, ਉਹਦਾ ਕਾਰਨ ਦੱਸਿਆ ਹੈ ਪੌੜੀ ਨੰਬਰ 3 ਵਿੱਚ। ਅਤੇ ਨਾਲ ਦੱਸਿਆ ਕੁਦਰਤ ਦਾ ਜ਼ਿਕਰ ਕਿ ਕਿਹੜੀ ਕੁਦਰਤ ਹੈ। ਇਹ ਸਾਰਾ ਜ਼ਿਕਰ ਸਲੋਕ ਤੋਂ ਸੁਣੇ ਕੁਦਰਤ ਦਾ, ਕਿ
सब ही कुदरत है, कुदरत का जिक्र है। विस्माद नाद, विस्माद वेद, विस्माद जीव, विस्माद रूप, विस्माद रंग, ये सारी कुदरत है। इस कुदरत के अंदर विराजमान है तो सब कुछ देख रहा है। जो लोग इस कुदरत के अंदर फस गए, मोह माया च फस गए, आपी च पै गए, होंबे च पै गए, होंबे च पै करके आपी ने भोग भोग के भोगों में पै गए। ये खाना है, ये पीना है, ये पहनना है, भोगों में पै गए। अज तितर खाना है, अज मुर्गा खाना है, अज पानी चीज खानी है, भोगों में पै गए। आपी ने भोग भोग के भोगों में पै गए, खाण पीण च पै गए। अखीर की होया होए बसमड़, अखीर ये शरीर स्वाद ही ढेरी हो गया। ये शरीर स्वाद ही ढेरी होना ही होना है। भावें को लखा वरिया जी लवे तां भी शरीर स्वाद ही ढेरी होना है। जे सै वरिया जीवना भी तन वो सीखे। आप पीने भोग भोग के हुए भस्मड़ मोर सधाया। ये शरीर अखीर स्वाद ही ढेरी हो गया तो जीव आत्मा जी है वो तुर गई, परलोक में तुर गई, लिखा देन चली गई। होए भस्मड़ भौर भौर सधाया। भौर जी जीव आत्मा है वो शरीर छड़ के चली गई। बड़ा हुआ दुनीदार गल संगल गत चलाया। इस दुनिया के अंदर किड्डा बड़ा दुनीदार बन जावे, लखा करोड़ा इकट्ठे कर लवे। कई होए ने, किड्डे किड्डे राजी होए, बहुत कुछ इकट्ठा किया। लंका गढ़ सोने का भया, मूर्ख रावण क्या देगा। दसो, यदि सारी लंका ही सोने दी, किले सोने का सी, दस मूर्ख रावण की लेके गया। रोमे पांडु भय मजूर, जिनके स्वामी रहते दूर। जिन्हों के कोल हमेशा कृष्ण भगवान रहते सन, वक्त आया वो भी मजबूर बने तो वो भी रुने। बड़े बड़े राजे रोए, बड़े बड़े धन वाले, कारू बादशाह वर्गे, होर अनेका ही। गुरु नानक साहब गए ईरान के अंदर, पता लगा इतने बादशाह है कारू, इतना जालिम है कि कब्रां दे विचों भी मुर्दियां दे मूँह चों रुपये कढ़ के इकट्ठे किए हुए हैं। उन समझावन दे रही गुरु नानक साहब उधर रस्ते च ठिकरियां लै करके बह गए घड़न। लंघिया, हाथी चढ़े होया, कहते फकीरो की कर रहे हो। तो गुरु नानक साहब कहन लगे रुपये बना रहे हैं, रुपये ठिकरियां दे। की करोगे, जे मरांगे तो नाल लेके जावांगे। नहीं नाल किवें जाणगे, जिवें तू ले जावेगा, 40 गज तू भर रखिया है, तू किवें ले जावेगा। जे तेरे नहीं जाणगे तो साढ़े भी नहीं जाणगे, जे तू ले जावेगा तो असीं भी ले जावांगे। कारू नूं होश आ गई, हाथे तो उतरे आग जन डिग पिया। कहते तू पहला फकीर मैंने मिलिया है जिस मैनू ये अकल दिता है कि ये धन नाल नहीं जाना, सब तेरे जाना है। वड्डा होवा दुनीदार, दुनिया में बड़े 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 होए, अरबापति होए, करोड़ापति होए, जिन्हों की धन का कोई अंत ही नहीं होए। बड़ा हुआ दुनियादार, आखिर की होया गल संगल का चलाया। उन्होंने गल संगल पा करके ले चले, जमदूत ले चले, ले जाते हैं। गल संगल पा करके ले जाते हैं, गल संगल गत चलाया। अगे करनी किरत वाचिए, अगे जा कर के धर्मराज कीते हुए कर्मां नूं वाचदा है, पढ़ के सुणावदा है।
ਇਹਨੇ ਇਹ ਕਰਮ ਕੀਤੇ ਨੇ, ਇਹ ਕਰਮ ਕੀਤੇ ਨੇ, ਇਹ ਕੰਮ ਕੀਤੇ। ਕਰਮੀ ਕਰਮੀ ਹੋਏ ਵਿਚਾਰ, ਵਿਚਾਰ ਹੁੰਦਾ ਹੈ। ਗੁਰੂ ਨਾਨਕ ਕਹਿੰਦੇ ਨੇ ਮਤ ਸਮਝੋ, ਹਰ ਕਿਸੇ ਪੁੱਛਣਾ ਨਹੀਂ ਹੈ, ਹਿਸਾਬ ਕਿਤਾਬ ਹੋਣਾ ਹੈ। ਇੱਕ ਇੱਕ ਕੀਤੇ ਕਰਮ ਦਾ ਹਿਸਾਬ ਹੋਵੇਗਾ। ਲਿਖੇ ਬੋਲਣ ਬੋਲੀਏ, ਲੇਖੇ ਸਾਸ ਗਿਰਾਸ, ਇੱਕ ਇੱਕ ਸਵਾਸ ਦਾ ਲੇਖਾ ਹੋਵੇਗਾ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਮੇਰੀ ਸਹੀ ਬਾਤ ਸੁਣ ਲਓ। ਲੇਖਾ ਰਬ ਮਗੇਸੀਆ, ਬੈਠਾ ਕੱਢ ਵਹੀ, ਤਲਮਾਂ ਪੌਸਨ ਆਕੀਆਂ, ਬਾਕੀ ਜਿਨਾ ਰਹੀ। ਅਜਰਾਇਲ ਫਰਿਸ਼ਤਾ, ਹੋਸੀ ਆਏ ਤਹੀ। ਅਖੀਰ ਮੌਤ ਦੇ ਦੇਵਤੇ ਨੇ ਆ ਜਾਣਾ ਹੈ ਅਤੇ ਸਗਲ ਘੱਤ ਕੇ ਲੈ ਜਾਣਾ ਹੈ। ਸਗਲ ਘੱਤ ਚਲਾਇਆ, ਅੱਗੇ ਜਾ ਕੇ ਕਰਨੀ ਕੀਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਦੱਸੇਗਾ ਧਰਮਰਾਜ ਤੇ ਇਹ ਕਰਮ ਕੀਤਾ, ਤੇ ਇਹ ਕਰਮ ਕੀਤਾ, ਤੇ ਇਹ ਕਰਮ ਕੀਤਾ, ਵਿਚਾਰ ਹੋਵੇਗੀ। ਅੱਗੇ ਕਰਨੀ ਕੀਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਧਰਮਰਾਜ ਪੜ੍ਹ ਕੇ ਸੁਣਾਵੇਗਾ, ਤੂੰ ਆਹ ਕਰਮ ਕੀਤੇ ਹਨ, ਇਹ ਕਰਮ ਤੂੰ ਕੀਤੇ ਹਨ। ਲਿਖਦਾ ਰਹਿੰਦਾ ਧਰਮਰਾਜ, ਲਿਖ ਨਾਵੇਂ ਧਰਮ ਬਹਾਲਿਆ ਜਾ, ਨਾਮ ਲਿਖੇ ਬਿਠਾਇਆ ਹੋਇਆ ਹੈ, ਉਹ ਤਾਂ ਪੜ੍ਹ ਕੇ ਸੁਣਾਉਂਦਾ ਹੈ। ਅੱਗੇ ਆਹ ਤੂੰ ਕੀਤਾ, ਇਹ ਕੀਤਾ। ਅੱਗੇ ਕਰਨੀ ਕੀਰਤ ਵਾਚੀਏ, ਵਾਚੀਏ ਉਹਨੇ ਆਵਾਜ਼ ਪੜ੍ਹ ਕੇ ਸੁਣਾਵਣਾ। ਬਜ਼ੁਰਗ ਕਹਿੰਦੇ ਸੀ ਚਿੱਠੀ ਆਵੇ ਨਾ, ਕੋਈ ਜੇ ਪੜ੍ਹਦੇ ਸੀ ਹੁੰਦੇ, ਜਿਹਨਾਂ ਦਾ ਚਿੱਠੀ ਮੇਰੀ ਆਵਾਜ਼ ਨਹੀਂ, ਜਰਾ ਪੜ੍ਹ ਕੇ ਸੁਣਾ ਦੇ। ਕਰਨੀ ਕੀਰਤ ਵਾਚੀਏ, ਪੜ੍ਹ ਕੇ ਸੁਣਾਵਣਾ, ਵਾਚਿਆ ਜਾਵੇਗਾ। ਤੂੰ ਆਹ ਕੀਤਾ। ਬਈ ਲੇਖਾ ਕਰ ਸਮਝਾਇਆ, ਬਿਠਾ ਕਰਕੇ ਲੇਖਾ ਰੱਖ ਕੇ ਸਮਝਾਇਆ ਜਾਵੇਗਾ ਕਿ ਆਹ ਤੂੰ ਕੰਮ ਕੀਤਾ, ਆਹ ਕਰਮ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਸਾਰਾ ਸਮਝਾਇਆ ਜਾਵੇਗਾ। ਉਹਦੇ ਕੀ ਹੋਵੇਗਾ? ਥੌਨ ਹੋਵਈ ਪਾਉਂਦੇ। ਉੱਥੇ ਫਿਰ ਇਸ ਬੰਦੇ ਨੂੰ ਇੱਕ ਖੜੋਣ ਜੋਗੀ ਥਾਂ ਵੀ ਨਹੀਂ ਮਿਲੇਗੀ। ਖੜ੍ਹੇ ਹੋਣ ਲਈ ਇੱਕ ਪਾਉਂ ਦੀ, ਪੈਰ ਦੀ ਵੀ ਥਾਂ ਜਿਹੜੀ, ਪੈਰ ਦੀ ਵੀ ਥਾਂ ਵੀ ਨਹੀਂ ਮਿਲੇਗੀ। ਥੌਨ ਹੋਵਈ ਪਾਉਂਦੇ। ਹੁਣ ਸੁਣੀਏ ਕਿਆ ਰਵਾਇਆ। ਉੱਥੇ ਜਿੱਥੇ ਸੁਣੇ ਰੋਵੇਗਾ, ਪੁਕਾਰ ਕਰੇਗਾ, ਤਾਂ ਕਹਿ ਸੁਣਨੀ ਹੈ। ਉੱਥੇ ਪੁਕਾਰ ਕਿਸੇ ਨੇ ਨਹੀਂ ਸੁਣਨੀ। ਉੱਥੇ ਤਾਂ ਲੇਖਾ ਹੋਵੇਗਾ, ਮਨ ਅੰਧੇ ਜਨਮ ਗਵਾਇਆ। ਅੰਨੇ ਮਨ ਵਾਲੇ ਨੇ ਆਪਣਾ ਮਨੁੱਖਾ ਜਨਮ ਭੋਗਾਂ ਵਿੱਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਗਵਾ ਲਿਆ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਜਨਮ ਗਵਾ ਲਿਆ। ਭੋਗਾਂ 'ਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਮਨੁੱਖਾ ਜਨਮ ਗਵਾ ਲਿਆ, ਬਿਰਥਾ ਗਵਾਇਆ। ਸਵਾਸ ਭਰੇ ਨਾ ਕੀਤੇ, ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਮਾੜੇ ਕੰਮਾਂ ਵਿੱਚ ਪਿਆ ਰਿਹਾ, ਖਾਣ ਪੀਣ 'ਚ ਲੱਗਾ ਰਿਹਾ, ਭੋਗਾਂ 'ਚ ਲੱਗਾ ਰਿਹਾ, ਭੋਗ ਕੇ ਅਖੀਰ ਸਰੀਰ ਸਵਾਦੀ ਢੇਰੀ ਹੋ ਗਿਆ। ਜਿਸ ਸਰੀਰ ਦੀ ਖਾਤਰ ਇਹ ਸਾਰਾ ਰੋਹ ਲਾਉਂਦਾ ਰਿਹਾ, ਖਾਣ ਪੀਣ ਦੇ ਉੱਤੇ ਹੀ ਉਹ ਸਰੀਰ ਸਵਾਦੀ ਢੇਰੀ ਹੋ ਗਿਆ ਅਤੇ ਜੀਵ ਆਤਮਾ ਤੁਰ ਗਈ। ਅੱਗੇ ਜਾ ਕੇ ਲੇਖਾ ਦਿੱਤਾ ਜੀਵ ਆਤਮਾ ਨੇ, ਆਹ ਕੀਤਾ, ਆਹ ਕੀਤਾ। ਉੱਥੇ ਫਿਰ ਥੌਨ ਹੋਵੇ ਪਾਉਂਦੀ, ਇੱਕ ਪੈਰ ਜਿੰਨੀ ਵੀ ਥਾਂ ਨਹੀਂ ਮਿਲ ਸਕੇਗੀ, ਉਹਦੇ ਖੜ੍ਹਾ ਨਹੀਂ ਹੋ ਸਕੇਗਾ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਜਨਮ ਗਵਾ ਲਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖਾ ਜਨਮ ਸਫਲਾ ਕਿਵੇਂ ਹੋਵੇ। ਅੰਨੇ ਮਨ ਵਾਲੇ ਜਨਮ ਤਾਂ ਗਵਾ ਲਿਆ, ਜਨਮ ਸਫਲਾ ਕਿਵੇਂ ਹੋਵੇ। ਤਾਂ ਪੌੜੀ ਨੰਬਰ 4 ਕਹਿੰਦੇ ਨੇ, ਮਨੁੱਖਾ ਜਨਮ ਸਫਲਾ ਤਾਂ ਹੁੰਦਾ ਹੈ, ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਦੀ ਕਿਰਪਾ ਹੋਵੇ, ਨਦਰ ਹੋਵੇ ਤਾਂ ਗੁਰ ਮਿਲਦਾ ਹੈ। ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ।
ਉਹਦੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਮਿਲਦਾ ਹੈ। ਇਹ ਜਿਉ ਮੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਜੀਵ ਆਤਮਾ ਜੋ ਅਨੇਕਾਂ ਜੂਨ ਅੰਦਰ ਭਟਕ ਰਹੀ ਹੈ, ਭਰਮ ਰਹੀ ਹੈ, ਇਸ ਨੂੰ ਪੂਰਾ ਗੁਰੂ ਸ਼ਬਦ ਸੁਣਾਉਂਦਾ ਹੈ, ਉਸ ਸ਼ਬਦ ਨਾਲ ਜੋੜਦਾ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਇਹ ਬਾਤ ਸਮਝਣ ਵਾਲੀ ਹੈ। ਇੱਕ ਸਿਧਾਂਤ ਰੱਖਿਆ ਹੈ ਗੁਰੂ ਨਾਨਕ ਸਾਹਿਬ ਨੇ ਕਿ ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ ਅਤੇ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਪੌੜੀ ਨੰਬਰ 4 ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਗੁਰੂ ਮਿਲੇਗਾ। ਅਤੇ ਪੌੜੀ ਨੰਬਰ 6 ਕਹਿੰਦੇ ਨੇ ਮੈਨੂੰ ਸਤਿਗੁਰ ਕਿਨੇ ਨਾ ਪਾਇਓ, ਮੈਨੂੰ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਗੈਰ ਅੱਜ ਤੱਕ ਕਿਸੇ ਵਾਹਿਗੁਰੂ ਨਹੀਂ ਪਾਇਆ, ਨਾ ਕੋ ਪਾ ਸਕੇਗਾ। ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ ਔਰ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਤੁਸੀਂ ਕਹੋਗੇ ਸਾਨੂੰ ਤਾਂ ਗੁਰੂ ਮਿਲੇ ਹੋਏ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਸਾਡਾ ਗੁਰੂ ਹੈ, ਸਾਨੂੰ ਮਿਲਿਆ ਹੋਇਆ ਹੈ। ਅਸੀਂ ਰੋਜ਼ ਦਰਸ਼ਨ ਕਰਦੇ ਹਾਂ, ਰੋਜ਼ ਆ ਕੇ ਮੱਥਾ ਟੇਕਦੇ ਹਾਂ, ਭੇਟਾ ਦਿੰਦੇ ਹਾਂ, ਸਾਰਾ ਗੁਰੂ ਸਾਡੇ ਕੋਲ ਹੈ, ਸਾਨੂੰ ਤਾਂ ਗੁਰੂ ਮਿਲਿਆ ਹੋਇਆ ਹੈ। ਪਰ ਸਾਧ ਸੰਗਤ ਜੀਓ, ਥੋੜ੍ਹਾ ਜਿਹਾ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਕਿ ਸਾਡਾ ਗੁਰੂ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਪੱਤਰੇ ਹਨ, ਕਾਗਜ਼ ਹਨ, ਜੋ ਜਿਲਦ ਹੈ, ਜਾਂ ਪਾਲਕੀ ਹੈ, ਰੁਮਾਲਾ ਹੈ, ਇਹ ਸਾਰੇ ਗੁਰੂ ਹੈ? ਨਹੀਂ, ਸਾਡਾ ਗੁਰੂ ਹੈ ਸ਼ਬਦ। ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦਾ ਉਨਾ ਚਿਰ ਗੁਰੂ ਨਹੀਂ ਮਿਲਦਾ। ਗੁਰੂ ਦਾ ਮੇਲ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਦਾ ਮਿਲਾਪ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਸ਼ਬਦ ਨਾਲ ਨਹੀਂ ਜੁੜਿਆ, ਕਿ ਬਈ ਵੇਖਦੇ ਹਾਂ ਅਸੀਂ ਕਿ ਕੀਰਤਨ ਹੋ ਰਿਹਾ ਹੁੰਦਾ ਹੈ, ਪਾਠ ਹੋ ਰਿਹਾ ਹੁੰਦਾ ਹੈ, ਸੁਰਤੀ ਕਿਤੇ ਹੁੰਦੀ ਹੈ, ਧਿਆਨ ਕਿਤੇ ਹੁੰਦਾ ਹੈ, ਬਾਹਰ ਫਿਰਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਨੂੰ ਨਹੀਂ ਸੁਣਿਆ, ਸ਼ਬਦ ਨਾਲ ਨਹੀਂ ਜੁੜਿਆ, ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਤਾਂ ਗੁਰੂ ਕੋਲੋਂ ਹਜ਼ਾਰਾਂ ਮੀਲ ਦੂਰ ਹੈ, ਹਜ਼ਾਰਾਂ ਮੀਲ ਦੂਰ ਹੈ। ਗੁਰੂ ਨਾਲ ਨਹੀਂ ਜੁੜਿਆ, ਗੁਰੂ ਨਹੀਂ ਮਿਲਿਆ। ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ, ਸ਼ਬਦ ਸੁਰ ਦਾ ਮੇਲ ਨਹੀਂ ਹੁੰਦਾ। ਗੁਰੂ ਦਾ ਮੇਲ ਨਹੀਂ ਹੁੰਦਾ, ਗੁਰੂ ਦਾ ਮਿਲਾਪ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਨਾਲ ਜੁੜਨਾ ਹੈ। ਕਿਤਨੇ ਪ੍ਰਚਾਰ ਹੋ ਰਹੇ ਨੇ, ਕਿਤਨੇ ਦੀਵਾਨ ਹੁੰਦੇ ਨੇ, ਕਿਤੇ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ, ਕਿਤੇ ਦਰਬਾਰ, ਕਿਤੇ ਕੋਈ ਹੋ ਰਿਹਾ ਹੈ, ਪਰ ਅਸਲ ਲੋਕਾਂ 'ਤੇ ਕੀ ਪੈ ਰਿਹਾ? ਅਸਰ ਇਹ ਪੈ ਰਿਹਾ ਹੈ ਲੋਕਾਂ 'ਤੇ, ਸਾਡੇ ਨੌਜਵਾਨ 80% ਸਿਰ ਮਨਾ ਰਹੇ ਨੇ। ਕੋਈ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਹੈ। ਸਵਾਲ ਕਰਦੇ ਨੇ ਕੀ ਫਾਇਦਾ ਅੰਮ੍ਰਿਤ ਛਕਣ ਦਾ, ਇਸ ਨੂੰ ਕੀ ਲਾਭ ਹੈ, ਕੀ ਫਾਇਦਾ ਹੋਵੇਗਾ ਕਿਸੇ ਰੱਖਣ ਦਾ, ਡਰ ਰੱਖਣ ਦਾ ਕੀ ਫਾਇਦਾ ਹੈ? ਸਵਾਲ ਕਰਦੇ ਨੇ ਉਲਟੇ ਉਲਟੇ। ਇਸ ਬਾਣੀ ਪੜ੍ਹਨ ਦਾ, ਕੀਰਤਨ ਦਾ, ਵਾਰਨ ਦਾ, ਇਹਨਾਂ ਸ਼ਤਾਬਦੀਆਂ ਦਾ ਕੀ ਅਸਰ ਹੋ ਰਿਹਾ ਹੈ ਵੇਖਿਆ ਜਾਵੇ ਤਾਂ
उसका कारण की है कि शब्द सुर का मेल नहीं है। बस एवें वाह 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 है, दुनिया दिखाने वास्ते इन्ना इकट्ठ किया, इन्ना इकट्ठ किया, इन्ना वड्डा समागम होया, इन्ने बड़े लंगर चले, आ कुछ होया, आ कुछ होया, सिर्फ दिखावे दिखावे, कुछ भी नहीं है। शब्द नाल जुड़िया होया एक भी लखन जोड़ दिंदा है, जुड़िया होया होवे, मगर कीर्तन दे जोड़ दिंदा है, हर कथा दे जोड़ दिंदा है। भाई कन्हैया जी ने मैं सेवा राम ने कहा कि शिवराम जो बख्शिश मेरे तो गुरु गोबिंद सिंह साहब की गुरु तेग बहादुर की हुई है, सब जीवां की सेवा करनी, परमेश्वर समझ करके जल छकावना, मलम पट्टी करनी, दुख से दुख दूर करने, ये सेवा तुम संभाल। सत वचन तुर पे, कोई कीर्तन नहीं किया, कोई कथा नहीं की, कोई सत्संग नहीं किया, तुरदे फिरदे जा बड़े नूरपुर थल मैं सेवाराम वेख्या मुसलमानों का टिवाणिया का राज है, रियासत है, किला है नवाब का, किले के अंदर खूह है, बाहर के लोग पानी तो औखे हैं, किला बंद होवे, अंदर जा नहीं सकते, बाहर छप्पड़ का पानी पीते हैं, टोह का पानी पीते हैं, गंदा पानी पीते हैं। उन लोगों ने कहा भले लोगों औखे होंदे हो अपना खूह ला लो, पर किसी कितनी जरूरत खूह लावन की, असीं बार गरीब हाँ, असीं कितों ला सकते हाँ, राजे महाराजा का काम है खूह लावने, नवाबां का काम है। तो वह सेवा राम ने कोई प्रचार नहीं किया, कुछ नहीं किया, किसी घरों कई मंगी तो कल्ले ही अरदास करके खूह पढ़ना शुरू कर दिता। पट्टी गए, पट्टी को लंघे, बाबा जी की कर दो, मैं खूह पढ़ रहा, हंस के लंघ जावे कि बहौल करके लंघ जावे, बाबा मस्ताना होया होया है, बाबा ने कुछ होया होया है, बाबा कुछ किराए को होया होया है, कई जन गल्लां बाबा लगा रहा कल ही 10-12 दिन चंगा टोआ पट के ले गए 8-9 फुट। लोकां वेख्या कला बंदा इन्ना कम कर गया है, सारे नाल हो जावीए तो खूह लग सकता है। लोग वेख के बाबे की इस कमाई नूं टोहे पट्टण की कथा नहीं, कोई कीर्तन नहीं, कुछ नहीं, सिर्फ टोहे पट रहे हैं, सब नाल लग पे, सारा शहर नाल लग पिया, एक महीने खूह लग गया, जयकार हो गई। टिवाणिया के मुकाबले ते एक फकीर ने खूह लगा दिता है, साधु ने खूह ला दिता है। ये टिवाणे वो सन जो पाकिस्तान बनया है 1947 में, तो उस वेले पंजाब का चीफ मिनिस्टर सी खिजर हयात खान टिवाणा, इन्हां दी रियासत सी, उन्होंने मुकाबले ते खूह लवा देना भाई सेवाराम जी ने, एक करामात है। सारा शहर मगर हो गया, धन भाई सेवाराम, धन भाई सेवाराम, धन भाई सेवाराम पी हो गए, सत्संग होने लग पे, कीर्तन होने लग पे, कथा होने लग पई। ये प्रचार है, साधु का जीवन ही प्रचार है।
ਜਿਹੜੇ ਜੁੜੇ ਹੋਏ ਨੇ। ਜੁੜਨਾ ਹੀ ਪ੍ਰਚਾਰ ਹੈ। ਜੇ ਜੁੜੇ ਨਹੀਂ ਹਨ ਸਮੇਂ ਫਜ਼ੂਲ ਹੈ। ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਵਾਹਿਗੁਰੂ ਦੀ ਕਿਰਪਾ ਬਗੈਰ ਸ਼ਬਦ ਸੁਰ ਦਾ ਵੇਲ ਨਹੀਂ ਹੁੰਦਾ। ਤੇ ਗੁਰੂ ਸ਼ਬਦ ਕੀ ਕਰਦਾ ਹੈ? ਇਹ ਜੀਓ ਬਹੁਤੇ ਜਨਮ ਭਰਮਿਆ, ਇਹ ਜੀਵ ਆਤਮਾ ਜੋ ਅਨੇਕਾਂ ਜੂਨ 'ਚ ਭਰਮਦੀ ਫਿਰਦੀ ਹੈ, ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ ਵਿੱਚ 84 ਦੀ ਗੇੜੀ ਪਈ ਹੋਈ ਹੈ। ਤਾਂ ਸਤਿਗੁਰ ਸ਼ਬਦ ਸੁਣਾਇਆ ਤਾਂ ਸਤਿਗੁਰ ਜਿਹੜਾ ਹੈ ਸ਼ਬਦ ਨਾਲ ਜੋੜ ਦਿੰਦਾ ਹੈ, ਸ਼ਬਦ ਸੁਣਾ ਦਿੰਦਾ ਹੈ। ਜੋ ਸ਼ਬਦ ਸੁਣਿਆ ਸਤਿਗੁਰ ਦਾ, ਮਨ ਨਾਲ ਮੇਲ ਹੋ ਗਿਆ, ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਇੱਕ ਸ਼ਬਦ ਸੁਣਨ ਦੇ ਨਾਲ ਹੀ, ਇੱਕ ਸ਼ਬਦ ਸੁਣਨ ਨਾਲ, ਇੱਕ ਵਚਨ ਸੁਣਨ ਦੇ ਨਾਲ ਹੀ ਮੇਲ ਹੋ ਜਾਂਦਾ ਹੈ। ਬਾਬਾ ਜਗਤਾ ਸਾਹਿਬ ਮਹਾਰਾਜ ਨੂੰ ਆ ਕੇ ਲਾਂਗਰੀ ਨੇ ਕਿਹਾ, ਬਾਬਾ ਜਗਤਾ ਜੀ ਅੱਜ ਲੰਗਰ 'ਚ ਆਟਾ ਕੋਈ ਨਹੀਂ, ਅੱਜ ਲੰਗਰ ਨਹੀਂ ਪੱਕਿਆ, ਨਾ ਦਾਲ ਹੈ ਨਾ ਆਟਾ ਹੈ, ਤੁਸੀਂ ਕੁਝ ਰੱਖਦੇ ਨਹੀਂ ਹੋ, ਜੋ ਚਾਹੁੰਦੇ ਵੰਡ ਦਿੰਦੇ ਹੋ ਲੋਕਾਂ ਨੂੰ, ਦੱਸੋ ਕੀ ਕਰੀਏ? ਬਾਬਾ ਜਗਤਾ ਗੱਲ ਸੁਣ ਕੇ ਨਾ ਬੜੇ ਖੁਸ਼ ਹੋਏ, ਨੱਚਣ ਲੱਗ ਗਏ ਅਤੇ ਮੌਜ ਬਣੀ ਹੈ। ਅੱਜ ਸਾਰੇ ਘਰ ਬਾਬਾ ਨਾਂਗਾ ਹੈ, ਜਾਂ ਭੁੱਖ ਨਾਂਗ ਆਈ, ਰੋਟੀ ਨਹੀਂ ਪੱਕੀ। ਬੜਾ ਚੰਗਾ ਹੋਇਆ, ਬੜਾ ਚੰਗਾ ਹੋਇਆ। ਸਾਰੇ ਹੈਰਾਨ ਹੋ ਗਏ, ਖੁਸ਼ ਹੋਏ। ਬਾਬਾ ਜਗਤਾ ਅੱਜ ਸਾਰੇ ਘਰ ਭੁੱਖ ਨਾਂਗ ਆਈ ਹੈ। ਪਤਾ ਲੱਗਾ ਲੋਕਾਂ ਨੂੰ ਅੱਜ ਲੰਗਰ ਨਹੀਂ ਪੱਕਿਆ, ਤਾਂ ਲੋਕ ਲੰਗਰ ਘਰਾਂ ਵਿੱਚੋਂ ਕੋਈ ਪਰੌਂਠੇ ਪਕਾ ਕੇ ਲਿਆਇਆ, ਕੋਈ ਸਿਵੇਂ ਬਣਾ ਕੇ ਲਿਆਇਆ, ਕੋਈ ਕੁਛ ਬਣਾ ਕੇ ਲਿਆਇਆ, ਆ ਕੇ ਸਾਧੂ ਨੂੰ ਛਕਾਏ। ਬਾਬਾ ਜਗਤ ਨੇ ਲੋਕਾਂ ਕਿਹਾ, ਬਾਬਾ ਜੀ ਤੁਸੀਂ ਕੀ ਕਰਦੇ? ਵੇਖੋ ਤੁਸੀਂ ਘਰ ਡੇਰੇ ਕੁਛ ਹੀ ਨਹੀਂ ਰੱਖਦੇ, ਸਭ ਵੰਡ ਦਿੰਦੇ ਹੋ, ਅੱਜ ਲੰਗਰ ਨਹੀਂ ਪੱਕਿਆ। ਕੋਈ ਖਾਣਾ ਕੋ ਸਾਧੂਆਂ ਦਾ। ਬਾਬਾ ਜਗਤਾ ਕਹਿੰਦੇ ਨੇ ਮੈਨੂੰ ਪਤਾ ਹੈ ਸਾਧੂ ਭੁੱਖੇ ਨਹੀਂ ਰਹਿੰਦੇ। ਵੇਖੋ ਜੇ ਪਤਾ ਲੱਗਾ ਹੈ ਲੋਕਾਂ ਨੂੰ ਸਾਧੂ ਲੰਗਰ ਨਹੀਂ ਪੱਕਿਆ, ਤਾਂ ਸਾਧੂਆਂ ਵਾਸਤੇ ਤਾਂ ਪਰੌਂਠੇ ਆ ਗਏ ਨੇ, ਮੁਸਲੀਆਂ ਆ ਗਈਆਂ ਨੇ, ਮੱਖਣ ਆ ਗਏ ਨੇ, ਦਹੀਆਂ ਆ ਗਈਆਂ ਨੇ। ਇਹਨਾਂ ਗਰੀਬਾਂ ਕੌਣ ਖਵਾਉਂਦਾ ਹੈ? ਮੈਨੂੰ ਪਤਾ ਹੈ ਸਾਧੂ ਭੁੱਖੇ ਨਹੀਂ ਰਹਿੰਦੇ, ਗਰੀਬ ਕੋਈ ਨਹੀਂ ਖਵਾਉਂਦਾ। ਇਹ ਗੱਲ ਜੋੜ ਦਿੰਦਾ ਹੈ, ਇਹ ਸ਼ਬਦ ਜੋੜ ਦਿੰਦਾ ਹੈ। ਸਾਧੂ ਭੁੱਖੇ ਨਹੀਂ ਰਹਿੰਦੇ। जुड़ गए, सारे जुड़ गए। वाकई महाराज सदमुखे नहीं रहते। वाहिगुरू तो धन के अंदर पाँदा है। इधर कीर्तन किया भाई सहज राम ने लाहौर बाडन साहब के कोल इस विषय उत्ते कि सिर से रिजक संभाए ठाकर काहे मन भव करया। सब की पालना करने वाला वाहिगुरू है। ऊड़े ऊड़ावे से कोसा तो पाछे बचे छड़िया। बाद जी गां चल पईयां तो उद्यम तो करना ही पैंदा है, हथ पे तो हिलाना ही पैंदा है। रब आपे तो आके मुझ नहीं पा दिंदा। तो सुभावक बैडन साहब ने कह दिता रब तो दंद भन के अंदर पांदा है।
ये गल सुन के मैं सहज राम बड़े विद्वान सन, ने बड़ी पुस्तकां लिखिया ने, आसा वरियां, परचियां भाई कन्हैया, परचियां भाई सेवाराम, परचियां भाई अड्डण जी, बड़े विद्वान सन। 3 घंटे कीर्तन करदी बाणी याद सी। हुण संसा हो गया कि बंदा खावन लई तैयार ही ना होवे, रब दंद भन के अंदर किवें पावेगा। नाल ही ख्याल कि जो महापुरख बोल रहे ने बड्डण साहब सत कह रहे ने, इन्होंने कहना सत है। साधु अंथा नहीं बोलता, जो साधु बोलता होंगे सत बोलता है, अंथा नहीं है। इन बच्चों को अंथा नहीं है, सच है। वेखी तो सही, मन संसा पैदा हो गया, वेखी तो सही गल सच्ची है। तो संसार विरुद्ध करने के लिए शाम के वेले चादर चुकी बाहर चले गए, डेरा छड़ के जंगल में दूर जाके बह गए जंगल। अज वेखते इतने रब सन किवें खवांदा है, ना लंगर रहिंदे ना लंगर जांदे ते ना डेरे च रहिंदे, बाहर जाके बह गए। वेखिए रब किवें खवांदा है। बैठे सिमरन करते रहे। दिन छिप गया, अंधेरा पै गया, पर पाठ करते रहे। कुदरती एक बारात जा रही सी, रास्ता भुल गए, भुल जाए रास्ता। पुराने समय रास्ते होंदे नहीं सन। अजकल भी जिथे के नंबर लगे हुए ने, थां थां दे बोर्ड लगे, उत्थे बंदा भुल जाता है। अमरीका वर्गे शहरों में भी रस्ते नहीं लभदे, पुछने पैंदे ने। तो भुल गए रास्ते, बारात रास्ता भुल गई। उत्थे आ के छप्पड़ पानी का सीगा, पानी शानी पियो तो रास्ता वेखदे हाँ। राह वेखन लगे, कुछ बंदे फिरन तुरन लगे तो वेख्या वे उच्ची थां ते कोई चिट्टी चीज़ है। पैसा जना बैठे सन चादर तान के, और वेखी की है, चले गए उधर। वेख्या बैशा राम ने बंदे आ रहे ने, पहले बैठे सन फिर लंबे पै गए चादर तान लई उत्ते। ये पहुँचे जाके वेख्या कोई बंदा पिया है, मौजा मारियां, पर जागदे कौन जगाए। जागदे सन, दल बट गए। उन्हें कपड़ों चादर लाई, वेख्या मूँह तो सांस चलते पे ने, शरीर गर्म है तो सांस ही आ जा रहे ने। पता नहीं बोलता क्यों नहीं, हलाया जुलाया फिर नहीं बोलिया। समझा भी गर्मी ना बेहोश होया पे। तो आख्या खड़े बाकी साथियों ने बोला, आओ इतने जने पानी लियाओ कि बंदा बेहोश पे है, तेनों जिदन करी होश च लिया भी ये पानी आ गया। एक बंदा कहे मेरे को मिश्री है, घोल लो, शरबत बना लो, ये मुँह च पाओ शरबत, गर्मी लगी हुई है, होश आ जाएगी, ठीक हो जाएगा। शरबत बनाया, पाँव लगे, तब भाई सहज राम दंद भीड़ ले, दंद न खोलन। एक बंदा कहे से मर तो जाना है, इन 2 दंद तोड़ दो, मैं पा दो शरबत, शायद बच जाए। पत्थर ले आए, दंद तोड़न लगे। देखा भाई सहज राम ने, भाई दंद टूटन लगे, पत्थर पूरा हो रहा है। रब दंद भन के अंदर पाल लगे, दंद तोड़ के पाल लगे, उड़ के बह गए। वाहगुरु 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 लोग पछाण लिया। भाई सहज राम तुसी किवें, ये की गल? कहने गल होश है जी, डेरे विच किधर होया सी ते मैं अड्डण साहब ने कह दिता सी कि रब दंद भन के अंदर पांदा है। मन संसा हो गया, किवें हो सकता है? वेखना चाहता सा ये गल ठीक है, देख लीजिए कि वाकई ठीक दंद रब भन के अंदर पांदा है। ये है प्रचार, ये प्रचार है। शब्द नाल जोड़ना, शब्द नाल जोड़ दिंदा है गुरु। ये जियो मोते जन्म भरमिया तो सतगुर शब्द सुनाया, सतगुर शब्द सुना दिंदा है।
श्री सतगुरु जी बड़ा दाता कौन है? सतगुरु जी ने बड़ा दाता कोई नहीं है। सब सुनियो लोक सवाया, ए दुनिया के लोगों सारे सुन लो इस बात चंगी तरह कि सतगुरु मिलिए सच पाया। सतगुरु दे मिले सच ईश्वर की प्राप्ति, ब्रह्म की प्राप्ति होवेगी। जिन विचों आप गवाया, जिन्होंने शब्द सुन के कुछ होमन कढ़िया है, तो वही जिन सचों साचे बुझाया, वही सच्चे हैं, सच नाल जुड़े हैं, जिन सच ने बुझिया है। शब्द नाल जुड़े ने, गुरु ने शब्द नाल जोड़िया है, अंदर होमे नूं कढ़िया है। गुरु अंदर होमे कढ़ दिंदा है, होमे कढ़ के शब्द नाल जोड़ दिंदा है, सच्चे नाल जोड़ दिंदा है। इसलिए कहते हैं कि गुरु तो बगैर, वागुरू की कृपा बगैर गुरु नहीं मिलता। और गुरु की करता है, गुरु अंदर होमे कढ़ के सच नाल जोड़ दिंदा है, जीवन सफला कर दिंदा है। इस वगे पौड़ी नंबर 5 विच दसदे ने गुरु की उपदेश दिंदा है, गुरु की व्याख्या करता है, की सिक्ख्या दिंदा है, किवें समझाता है, ये दस के ते पौड़ी नंबर 6 कहा है कि मैंने सतगुर किड़े ना पायो, मैंने सतगुर किड़े ना पाया। गुरु तो बगैर आज तक रब किसे नहीं पाया, ना को पा सकेगा। गुरु बगैर इसकी प्राप्ति नहीं होगी। वाहगुरू की कृपा बगैर गुरु नहीं मिलता, तो गुरु की कृपा बगैर वाहगुरू नहीं मिलता। गुरु किमें मिलाता है, क्यों जोड़ता है, कि उपदेश दिता है, ये पौड़ी 5 विच उपदेश है, सिक्ख्या है। तो सवेरे मिल के विचार करांगे जिंदे रह तां 5वीं पौड़ी की गुरु किस तरह जोड़ता है, किमें होमे कढ़दा है, इन्हों किस सच नाल जोड़ता है, जीवन सफला करता है। समा हो गया, समाप्ति है। भुलां चूकां माफ। वाहिगुरू जी का खालसा, वाहिगुरू जी की फतेह।